सत श्री अकाल जी सारिਆਂ ਨੂੰ ਸਵਾਗਤ ਕਰਦੀ ਹਾਂ मैं ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਕੰਪਿਊਟਰ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਜਿਹੜੇ ਵੀ ਸਟੂਡੈਂਟ ਫੋਰੈਸਟ ਗਾਰਡ ਵੀਡੀਓ PTPLS ਕਲਰਕ ਐਕਸਰਸਾਈਜ਼ ਅਤੇ ਟੈਕਸ ਇੰਸਪੈਕਟਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤੁਸੀਂ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਕਿ ਤੁਹਾਡੇ ਲਈ ਇੱਕ ਟੌਪਿਕ ਕੰਪਿਊਟਰ ਕਿੰਨਾ ਜ਼ਿਆਦਾ ਇੰਪੋਰਟੈਂਟ ਹੈ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੰਪਿਊਟਰ ਦਾ ਨੈਕਸਟ ਪਾਰਟ ਕਰਨ ਜਾ ਰਹੇ ਹਾਂ। ਜੇਕਰ ਤੁਸੀਂ ਪਹਿਲਾਂ ਵਾਲੀ ਪਾਰਟ ਨਹੀਂ ਦੇਖੇ ਤਾਂ ਪਹਿਲਾਂ ਉਹਨਾਂ ਨੂੰ ਕਵਰ ਕਰੋ, ਫਿਰ ਹੀ ਤੁਹਾਨੂੰ ਅੱਜ ਵਾਲਾ ਪਾਰਟ ਸਮਝ ਆਵੇਗਾ ਕਿਉਂਕਿ ਉਹ ਅਸੀਂ ਪੂਰੀ ਡਿਟੇਲ ਦੇ ਵਿੱਚ ਕੀਤੇ ਹੋਏ ਆ। ਠੀਕ ਹੈ ਜੀ, ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਕੁਐਸਚਨ ਨੰਬਰ 1, PNG ਦਾ ਪੂਰਾ ਰੂਪ ਕੀ ਹੈ? ਹਾਂਜੀ, ਫੁੱਲ ਫਾਰਮ ਆਫ PNG ਤੇ ਇਸ ਦੀ ਫੁੱਲ ਫਾਰਮ ਆ ਜੀ ਪੋਰਟੇਬਲ ਨੈਟਵਰਕ ਗ੍ਰਾਫਿਕਸ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਕਾਊਂਟ ਏ ਫੰਕਸ਼ਨ ਕੀ ਕਰਦਾ ਹੈ? ਹਾਂਜੀ, ਕਾਊਂਟ ਏ ਫੰਕਸ਼ਨ ਕੀ ਕਰਦਾ ਹੈ? ਕਾਊਂਟ ਏ ਫੰਕਸ਼ਨ ਆ ਜਿਹੜਾ ਇਹ ਕਾਊਂਟ ਕਰਦਾ ਵਾ ਨॉन ਐਮਪਟੀ ਸੈਲਸ ਨੂੰ। ਦੇਖੋ ਇਸ ਦੀ ਜਿਹੜੀ ਰਾਈਟ ਆਪਸ਼ਨ ਆ ਉਹ ਬਣ ਰਹੀ ਹੈ ਕਿ ਕਾਊਂਟ ਸੈਲਸ ਹੈਵਿੰਗ ਅਲਫਾਬੇਟ, ਕਾਊਂਟਸ ਸੈਲ ਹੈਵਿੰਗ ਨੰਬਰ। ਬਹੁਤ ਸਾਰੇ ਸਟੂਡੈਂਟ ਕੀ ਕਰਨਗੇ, ਜਾਂ ਤਾਂ ਇਹ ਲਗਾ ਦੇਣਗੇ ਜਾਂ ਸੀ ਲਗਾ ਦੇਣਗੇ, ਪਰ ਅਸੀਂ ਇਹ ਦੋਨੋਂ ਸਹੀ ਕਰਕੇ ਅਸੀਂ ਦੋਨੋਂ ਤਾਂ ਲਗਾ ਨਹੀਂ ਸਕਦੇ, ਤਾਂ ਇੱਥੇ ਸਾਡੀ ਰਾਈਟ ਆਪਸ਼ਨ ਡੀ ਬਣੂਗੀ, ਕਾਊਂਟਸ ਨॉन ਐਮਪਟੀ ਸੈਲਸ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਇਹ ਦੋਨੋਂ ਕੰਮ ਵੀ ਕਰਦਾ ਵਾ ਕਾਊਂਟ ਏ, ਪਰ ਅਸੀਂ ਦੋ ਆਪਸ਼ਨਾਂ ਤਾਂ ਨਹੀਂ ਲਗਾ ਸਕਦੇ, ਇਸ ਕਰਕੇ ਅਸੀਂ ਨॉन ਐਮਪਟੀ ਵਾਲੀ ਅਟੈਂਪਟ ਕਰਾਂਗੇ। ਠੀਕ ਹੈ ਜੀ, ਕੁਐਸਚਨ MCQ ਐਗਜ਼ਾਮ ਦੇ ਵਿੱਚ ਆਇਆ ਹੋਇਆ ਤੇ ਮੈਂ ਇਸੇ ਲਈ ਐਡ ਕੀਤਾ ਕਿਉਂਕਿ ਬਹੁਤ ਸਾਰੇ ਸਟੂਡੈਂਟ ਕੋਈ ਏ ਲਗਾ ਕੇ ਆਇਆ ਸੀ, ਕੋਈ ਸੀ ਲਗਾ ਕੇ ਆਇਆ ਸੀ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, MICR ਸਟੈਂਡਸ ਫॉर। ਹਾਂਜੀ, MICR ਦਾ ਪੂਰਾ ਨਾਮ ਕੀ ਆ ਤਾਂ ਜਾਂ ਕੀ ਅਰਥ ਆ? ਤਾਂ ਇਸ ਦਾ ਪੂਰਾ ਨਾਮ ਆ ਜੀ ਮੈਗਨੈਟਿਕ ਇੰਕ ਕਰੈਕਟਰ ਰਿਕੋਗਨੀਸ਼ਨ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਇੱਥੇ ਤੁਹਾਨੂੰ ਨਾ ਉਹ ਵੀ ਰੀਡਰ ਵੀ ਆ ਸਕਦਾ, ਇਹਨਾਂ ਦਾ ਸੇਮ ਮੀਨਿੰਗ ਹੁੰਦਾ। ਅਗਲਾ ਪ੍ਰਸ਼ਨ ਆ, ਹੇਠ ਲਿਖਿਆਂ ਵਿੱਚੋਂ ਕਿਸ ਨੂੰ ਸੈਕੰਡਰੀ ਸਟੋਰੇਜ ਵਜੋਂ ਨਹੀਂ ਵਰਤਿਆ ਜਾਂਦਾ? ਹਾਂਜੀ, ਸੈਕੰਡਰੀ ਸਟੋਰੇਜ ਵਜੋਂ ਕਿੰਨਾਂ ਨੂੰ ਨਹੀਂ ਵਰਤਿਆ ਜਾਂਦਾ? ਜੇਕਰ ਸਾਨੂੰ ਪਤਾ ਹੈ ਕਿ ਸੈਕੰਡਰੀ ਸਟੋਰੇਜ ਵਜੋਂ ਕਿਸ ਨੂੰ ਵਰਤਿਆ ਜਾਂਦਾ, ਕਿਹਨੂੰ ਵਰਤਿਆ ਜਾਂਦਾ ਵਾ? ਮੈਗਨੈਟਿਕ ਡਿਸਕ ਨੂੰ ਵਰਤਿਆ ਜਾਂਦਾ, ਡਰਮ ਨੂੰ ਵਰਤਿਆ ਜਾਂਦਾ, ਟੈਪਸ ਨੂੰ ਵਰਤਿਆ ਜਾਂਦਾ, ਪਰ ਸੈਮੀਕੰਡਕਟਰ ਮੈਮਰੀ ਨੂੰ ਅਸੀਂ ਸੈਕੰਡਰੀ ਸਟੋਰੇਜ ਵਜੋਂ ਨਹੀਂ ਵਰਤਦੇ। ਤਾਂ ਆਪਸ਼ਨ ਨੰਬਰ ਏ ਇਸ ਦਾ ਰਾਈਟ ਆਂਸਰ ਹੋ ਜਾਊਗਾ। ਇਹ ਜਿਹੜੀ ਸੈਮੀਕੰਡਕਟਰ ਮੈਮਰੀ ਆ ਇਹ ਸਿਲੀਕੌਨ ਤੋਂ ਬਣੀ ਹੁੰਦੀ ਆ, ਇਸ ਨੂੰ ਮੇਨ ਮੈਮਰੀ ਦੇ ਵਿੱਚ ਅਸੀਂ ਵਰਤਦੇ ਹਾਂ। ਠੀਕ ਹੈ, ਅਗਲਾ ਪ੍ਰਸ਼ਨ ਆ ਜੀ, ਅਣਚਾਹੇ ਈਮੇਲ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਤੁਹਾਨੂੰ ਵੀ ਪਤਾ ਹੈ ਕਿ ਜਦੋਂ ਸਾਨੂੰ ਕੋਈ ਅਣਚਾਹਾ ਈਮੇਲ ਆਉਂਦਾ ਵਾ ਜਾਂ ਫਿਰ ਜਿਹੜੇ ਅਣਚਾਹੇ ਈਮੇਲ ਹੁੰਦੇ ਆ ਉਹਨਾਂ ਨੂੰ ਕੀ ਬੋਲਿਆ ਜਾਂਦਾ ਵਾ? ਤੁਸੀਂ ਇੱਕ ਇਨਬਾਕਸ ਦੀ ਆਪਸ਼ਨ ਦੇਖਦੇ ਹੋ, ਇੱਕ ਸਪੈਮ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ ਹੈ, ਸਪੈਮ ਕਿਹਾ ਜਾਂਦਾ ਵਾ। ਅਗਲਾ ਈਮੇਲ ਭੇਜਣ ਵੇਲੇ ਲਾਈਨ ਸੁਨੇਹੇ ਦੀ ਸਮੱਗਰੀ ਦਾ ਵਰਣਨ ਕਰਦੀ ਹੈ? ਹਾਂਜੀ, ਕਿਹੜੀ ਲਾਈਨ ਆ ਜਿਹੜੀ ਸੁਨੇਹੇ ਦੀ ਸਮੱਗਰੀ ਦਾ ਵਰਣਨ ਕਰਦੀ ਹੈ ਈਮੇਲ ਭੇਜਣ ਵੇਲੇ? ਸਬਜੈਕਟ ਲਾਈਨ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਇੰਟਰਨੈਟ ਦਾ ਮਿਆਰੀ ਪ੍ਰੋਟੋਕੋਲ ਕੀ ਹੁੰਦਾ ਹੈ? ਹਾਂਜੀ, ਇੰਟਰਨੈਟ ਦਾ ਮਿਆਰੀ ਪ੍ਰੋਟੋਕੋਲ ਕੀ ਆ ਜਾਂ ਕਹਿ ਸਕਦੇ ਹਾਂ ਸਟੈਂਡਰਡ ਪ੍ਰੋਟੋਕੋਲ ਕੀ ਆ ਇੰਟਰਨੈਟ ਦਾ? ਤਾਂ ਇਹ ਹੈਗਾ ਵਾ ਜੀ TCP ਜਾਂ IP, ਸੇਮ ਹੀ ਹੁੰਦਾ ਇਹ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। IP ਦਾ ਮਤਲਬ ਇੰਟਰਨੈਟ ਪ੍ਰੋਟੋਕੋਲ, TCP ਦਾ ਮਤਲਬ ਟਰਾਂਸਮਿਸ਼ਨ ਸੈਂਟਰਡ ਪ੍ਰੋਟੋਕੋਲ। ਇਹ ਦੋਵੇਂ ਇਕੱਠੇ ਕੰਮ ਕਰਦੇ ਆ। ਹਾਂਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਇੱਕ ਸੌਫਟਵੇਅਰ ਪ੍ਰੋਗਰਾਮ ਜੋ ਵੈਬ ਪੇਜਾਂ ਨੂੰ ਦੇਖਣ ਲਈ ਵਰਤਿਆ ਜਾਂਦਾ। ਹਾਂਜੀ, ਇਹਨਾਂ ਦੇ ਵਿੱਚੋਂ ਕਿਹੜਾ ਸੌਫਟਵੇਅਰ ਪ੍ਰੋਗਰਾਮ ਆ ਜੋ ਵੈਬ ਪੇਜਾਂ ਨੂੰ ਦੇਖਣ ਦੇ ਲਈ ਵਰਤਿਆ ਜਾਂਦਾ? ਤਾਂ ਇਹ ਵਰਤਿਆ ਜਾਂਦਾ ਹੈ ਜੀ ਬਰਾਊਜ਼ਰ, ਵੈਬ ਬਰਾਊਜ਼ਰ ਜਾਂ ਬਰਾਊਜ਼ਰ। ਠੀਕ ਹੈ, ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਸੇਮ ਹੀ ਹੁੰਦਾ ਵੈਬ ਬਰਾਊਜ਼ਰ, ਬਰਾਊਜ਼ਰ। ਤੁਹਾਨੂੰ ਇਸ ਦੀ ਜਗ੍ਹਾ 'ਤੇ ਹੋ ਸਕਦਾ ਇੰਟਰਨੈਟ ਵੀ ਲਿਖ ਦਿੱਤਾ ਜਾਂਦਾ। ਠੀਕ ਹੈ, ਤਾਂ ਉਹ ਤੁਹਾਡਾ ਰਾਈਟ ਆਂਸਰ, ਬਰਾਊਜ਼ਰ ਦੀ ਜਗ੍ਹਾ 'ਤੇ ਇੰਟਰਨੈਟ ਹੋ ਸਕਦਾ ਸੀ। ਹਾਂਜੀ, ਇੱਕ IP ਪਤਾ ਡੈਸ਼ ਬਿਟ ਨੰਬਰ ਦਾ ਹੁੰਦਾ। ਦੇਖੋ, IP ਪਤਾ ਡੈਸ਼ ਬਿਟ ਨੰਬਰ ਦਾ ਹੁੰਦਾ। ਪਹਿਲਾਂ ਤੁਹਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਹਰੇਕ ਇਨਸਾਨ ਦਾ ਮੋਬਾਈਲ ਨੰਬਰ ਸੇਮ ਨਹੀਂ ਹੁੰਦਾ।
ਉਸੇ ਤਰ੍ਹਾਂ ਕਿਸੇ ਵੀ ਕੰਪਿਊਟਰ ਦਾ IP ਨੰਬਰ ਸੇਮ ਨਹੀਂ ਹੁੰਦਾ ਜਾਂ IP ਐਡਰੈਸ ਸੇਮ ਨਹੀਂ ਹੁੰਦਾ, ਠੀਕ ਹੈ। ਪਰ ਸਾਡੇ ਜਿਹੜੇ ਮੋਬਾਈਲ ਨੰਬਰ ਆ ਇਹਨਾਂ ਦਾ ਪਤਾ ਨਾ ਕਿ ਉਹ 10 ਅੱਖਰ ਦਾ ਹੁੰਦਾ। ਸੇਮ ਇਸੇ ਤਰ੍ਹਾਂ IP ਦੀ ਵੀ ਕੋਈ ਨਾ ਕੋਈ ਲੈਂਥ ਹੁੰਦੀ ਆ। ਤਾਂ ਜਿਹੜਾ IP ਬਿਟ ਨੰਬਰ ਆ ਉਹਦੀ ਲੈਂਥ ਕਿੰਨੀ ਹੁੰਦੀ ਆ, ਉਹ 32 ਬਿਟ ਹੁੰਦੀ ਹੈ ਇਸ ਦੀ ਲੈਂਥ। ਤਾਂ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੋਵੇਗਾ, ਠੀਕ ਹੈ। IP ਐਡਰੈਸ ਇੱਕ ਯੂਨੀਕ ਐਡਰੈਸ ਹੁੰਦਾ ਵਾ ਜਿਹੜਾ ਕਿ ਕੰਪਿਊਟਰ ਨੂੰ ਸਾਈਨ ਕਰਦਾ ਕਿ ਆਪਾਂ ਇੰਟਰਨੈਟ ਵਿੱਚ ਕੰਮ ਕਰ ਰਹੇ ਹਾਂ, ਠੀਕ ਹੈ। ਤੇ ਇਸ ਤੋਂ ਇਲਾਵਾ ਇਹ ਹੈਗਾ ਵਾ IP ਜਿਹੜਾ ਕਿ ਅਸੀਂ ਬੋਲਦੇ ਹਾਂ IP ਐਡਰੈਸ, IP ਪਤਾ, ਠੀਕ ਹੈ। IP ਐਡਰੈਸ ਜਿਹਨੂੰ ਕਹਿ ਦਿੰਦੇ ਆ। ਤੇ IP ਐਡਰੈਸ ਆ ਜਿਹੜਾ ਇਹ ਤਾਂ ਹੁੰਦਾ ਵਾ 32 ਬਿਟ ਦੇ ਵਿੱਚ, ਇਹਦੀ ਲੈਂਥ ਹੁੰਦੀ ਆ 32 ਬਿਟ। ਇਸ ਤੋਂ ਇਲਾਵਾ ਇਹਨੂੰ IP ਵਰਜ਼ਨ 4 ਬੋਲ ਦਿੰਦੇ ਆ, ਠੀਕ ਹੈ। ਇਹ ਵੀ ਆ ਸਕਦਾ IP ਵਰਜ਼ਨ 4। ਤਾਂ ਇਸ ਦੀ ਲੈਂਥ ਕੀ ਆ, ਸੇਮ ਹੀ ਆ 32 ਬਿਟ, ਠੀਕ ਹੈ। ਇਸ ਨੂੰ ਹੀ ਬੋਲ ਦਿੰਦੇ ਆ IP ਵਰਜ਼ਨ 4। ਇਹਦੀ ਲੈਂਥ ਕਿੰਨੀ ਹੁੰਦੀ ਆ, 32 ਬਿਟ ਹੁੰਦੀ ਆ। ਇੱਕ ਆਉਂਦਾ ਤੁਹਾਨੂੰ IP ਵਰਜ਼ਨ 6, IP ਵਰਜ਼ਨ 6, ਇਸ ਦੀ ਲੈਂਥ ਕਿੰਨੀ ਹੁੰਦੀ ਆ, 128 ਬਿਟ ਦੀ ਹੁੰਦੀ ਆ। ਹਾਂਜੀ, ਅਗਲਾ ਪ੍ਰਸ਼ਨ ਆ, ਇਹਨਾਂ ਵਿੱਚੋਂ ਕਿਹੜੀ ਕੁੰਜੀ ਨੰਬਰ ਕੀਪੈਡ ਤੇ ਨਹੀਂ ਹੁੰਦੀ। ਇੱਥੇ ਨੰਬਰ ਕੀਪੈਡ ਦਾ ਕੀ ਮਤਲਬ, ਤੁਸੀਂ ਕੀਪੈਡ ਤਾਂ ਦੇਖਿਆ ਹੋਣਾ ਵਾ, ਠੀਕ ਹੈ। ਕੀਪੈਡ ਤਾਂ ਦੇਖ ਲਿਆ, ਪਰ ਇਸਦੇ ਇਸ ਸਾਈਡ ਤੇ ਕੁਝ ਨੰਬਰ ਕੀਪੈਡ ਦਿੱਤੇ ਹੁੰਦੇ ਆ ਨਾ, ਥੋੜੇ ਜਿਹੇ ਮਤਲਬ ਛੋਟਾ ਜਿਹਾ ਬਣਾ ਕੇ ਨੰਬਰ ਕੀਪੈਡ ਟਾਈਪ ਕੀਤੇ ਹੁੰਦੇ ਆ 1 ਤੋਂ ਲੈ ਕੇ 0 ਤੱਕ। ਉਸ ਦੇ ਨਾਲ ਨਾਲ ਉਹਦੇ ਤੇ ਡਿਲੀਟ ਦੀ ਕੀ ਹੁੰਦੀ ਆ, ਐਂਟਰ ਦੀ ਵੀ ਕੀ ਹੁੰਦੀ ਆ, ਨੰਬਰ ਲੋਕ ਦੀ ਕੀ ਵੀ ਹੁੰਦੀ ਆ। ਪਰ ਉਹਦੇ ਤੇ ਕੀ ਕਿਹੜੀ ਨਹੀਂ ਹੁੰਦੀ ਸਾਨੂੰ ਇਹ ਪੁੱਛਿਆ ਜਾ ਰਿਹਾ ਹੈ। ਉਹਦੇ ਤੇ ਕੀ ਨਹੀਂ ਹੁੰਦੀ, ਕੰਟਰੋਲ ਦੀ। ਤਾਂ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੋਵੇਗਾ, ਠੀਕ ਹੈ ਜੀ। ਹਾਂਜੀ, ਉਮੀਦ ਕਰਦੀ ਹਾਂ ਕਿ ਤੁਹਾਨੂੰ ਇੱਥੇ ਤੱਕ ਵੀਡੀਓ ਪਸੰਦ ਆਈ ਹੋਵੇਗੀ। ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਪਲੀਜ਼ ਵੀਡੀਓ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਅੱਗੇ ਅਸੀਂ ਕਰਦੇ ਹਾਂ ਅਗਲਾ ਪ੍ਰਸ਼ਨ। ULSI ਸਟੈਂਡਸ ਫॉर, ਹਾਂਜੀ ULSI ਸਟੈਂਡਸ ਫॉर, ਜਿਹੜੇ ਵੀ ਸਟੂਡੈਂਟਸ, ਵੈਸੇ ਤਾਂ ਆਪਸ਼ਨ ਤੁਹਾਡੇ ਸਾਹਮਣੇ ਸ਼ੋ ਹੋ ਗਈ ਹੈ। ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਹਾਈਡ ਹੀ ਰੱਖਾਂ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੇ ਆਪ ਵੀ ਅਟੈਂਪਟ ਕਰਨਾ ਹੁੰਦਾ। ਹਾਂਜੀ, ULSI ਦੀ ਫੁੱਲ ਫਾਰਮ ਕੀ ਆ, ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ। ਇਹ ULSI ਦੀ ਫੁੱਲ ਫਾਰਮ ਆ, ਠੀਕ ਹੈ ਜੀ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਬਲੂਟੁੱਥ ਲਈ ਵਾਇਰਲੈਸ ਤਕਨਾਲੋਜੀ ਹੈ। ਹਾਂਜੀ, ਇਹਨਾਂ ਦੇ ਵਿੱਚੋਂ ਬਲੂਟੁੱਥ ਦੇ ਲਈ ਕਿਹੜੀ ਵਾਇਰਲੈਸ ਤਕਨਾਲੋਜੀ ਆ। ਦੇਖੋ ਤੁਸੀਂ, ਲੋਕਲ ਏਰੀਆ ਨੈਟਵਰਕ ਦਾ ਕੀ ਮਤਲਬ ਹੁੰਦਾ ਵਾ, ਜਿਹੜਾ ਕਿਸੇ ਮਤਲਬ ਕਹਿ ਸਕਦੇ ਹਾਂ ਕਿਸੇ ਕਾਲਜ ਦੇ ਵਿੱਚ ਨੈਟਵਰਕ ਲਗਾ ਲਓ ਚੱਲਦਾ ਵਾ, ਠੀਕ ਹੈ। ਜਾਂ ਕਿਸੇ ਬਿਲਡਿੰਗ ਦੇ ਵਿੱਚ ਫਿਕਸ ਆ, ਜਾਂ ਤੁਸੀਂ ਦੇਖਿਆ ਹੋਣਾ ਕਿਸੇ ਮੋਲ ਵਿੱਚ ਅਸੀਂ ਮੋਲ ਵਿੱਚ ਜਾਂਦੇ ਹਾਂ, ਮੋਲ ਵਗੈਰਾ ਦੇ ਵਿੱਚ, ਤਾਂ ਉੱਥੇ ਵੀ ਕੀ ਹੁੰਦਾ, ਇੱਕ ਵਾਈਫਾਈ ਫਿਕਸ ਹੁੰਦਾ ਜਿਹੜਾ ਚੱਲਦਾ ਵਾ, ਠੀਕ ਹੈ। ਜਾਣੀ ਕਿ ਉਹ ਉੱਥੇ ਉਸੇ ਬਿਲਡਿੰਗ ਦੇ ਵਿੱਚ ਚੱਲਦਾ, ਉਸੇ ਮੋਲ ਦੇ ਵਿੱਚ ਚੱਲਦਾ, ਉਸ ਤੋਂ ਬਾਹਰ ਨਹੀਂ ਚੱਲ ਸਕਦਾ। ਉਹਨੂੰ ਅਸੀਂ ਬੋਲ ਸਕਦੇ ਹਾਂ ਲੋਕਲ ਏਰੀਆ ਨੈਟਵਰਕ। ਪਰ ਇੱਕ ਹੁੰਦਾ ਵਾ ਮੈਟਰੋ, ਆਪਾਂ ਪਰਸਨ ਏਰੀਆ ਨੈਟਵਰਕ ਦੀ ਗੱਲ ਕਰੀਏ, ਜਿਹੜਾ ਕਿ ਆਪਣਾ ਇੱਕੋ ਕਮਰੇ 'ਚ ਚੱਲ ਸਕਦਾ ਵਾ। ਜਾਣੀ ਕਿ ਫੋਰ ਐਗਜ਼ਾਮਪਲ ਵਾਈਫਾਈ, ਜਾਂ ਕੋਈ ਆਪਾਂ ਕਿਸ ਤੋਂ ਹੌਟਸਪੌਟ ਚਲਾ ਲਈਏ, ਜਾਂ ਫਿਰ ਆਪਾਂ ਬਲੂਟੁੱਥ ਦੇ ਲਈ ਵੀ ਇਹੀ ਹੁੰਦਾ ਵਾ, ਬਲੂਟੁੱਥ ਲਈ ਹੋ ਗਿਆ ਜਾਂ, ਠੀਕ ਹੈ। ਇਸ ਤਰ੍ਹਾਂ ਬਲੂਟੁੱਥ ਲਈ ਕਿਹੜਾ ਵਾਇਰਲੈਸ ਟੈਕਨੋਲੋਜੀ ਵਰਤੀ ਜਾਂਦੀ ਆ, ਪਰਸਨਲ ਏਰੀਆ ਨੈਟਵਰਕ ਵਰਤਿਆ ਜਾਂਦਾ ਵਾ, ਠੀਕ ਹੈ। PAN ਵਰਤਿਆ ਜਾਂਦਾ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਮੈਟਰੋਪੋਲੀਟਨ ਏਰੀਆ ਨੈਟਵਰਕ ਦੀ, ਜਿਹੜਾ ਸ਼ਹਿਰ ਦੇ ਵਿੱਚ ਫੈਲਿਆ ਹੁੰਦਾ। ਵਾਈਡ ਏਰੀਆ ਨੈਟਵਰਕ ਜਿਹੜਾ ਪੂਰੀ ਦੁਨੀਆ ਦੇ ਵਿੱਚ ਫੈਲਿਆ ਹੁੰਦਾ। ਅਗਲਾ ਪ੍ਰਸ਼ਨ ਆ ਜੀ, GPS। ਹਾਂਜੀ, GPS ਸਿਸਟਮ ਦਾ ਅਸਲੀ ਨਾਮ ਕੀ ਆ। GPS ਦੀ ਫੁੱਲ ਫਾਰਮ ਦੇਖੋ, ਪਹਿਲਾਂ ਤਾਂ GPS ਦੀ ਫੁੱਲ ਫਾਰਮ ਆ ਗਲੋਬਲ ਪੋਜੀਸ਼ਨਿੰਗ ਸਿਸਟਮ। ਤੇ ਇਹਦਾ ਪੁਰਾਣਾ ਨਾਮ ਕੀ ਸੀ। ਦੇਖੋ, ਸਭ ਤੋਂ ਪਹਿਲਾਂ ਸਾਡੇ ਕੋਲ ਚੱਲਦਾ ਹੁੰਦਾ ਸੀਗਾ ਸਟਾਰਟਿੰਗ ਦੇ ਵਿੱਚ ਨਾ, ਅਮਰੀਕਾ ਦੀ ਆਰਮੀ ਦਾ ਇੱਕ ਨੈਟਵਰਕ ਸੀਗਾ। ਅਮਰੀਕਾ ਦੀ ਆਰਮੀ ਦਾ ਨੈਟਵਰਕ ਸੀਗਾ, ਉਸਦਾ ਨਾਮ ਸੀਗਾ ਨੈਵਸਟਾਰ, ਠੀਕ ਹੈ। ਨੈਵਸਟਾਰ, ਇਸ ਦਾ ਨਾਮ ਸੀ ਨੈਵਸਟਾਰ। ਪਰ ਬਾਅਦ ਵਿੱਚ ਇਸ ਨੂੰ ਪਬਲਿਕ ਕਰ ਦਿੱਤਾ ਗਿਆ, ਪੂਰੀ ਦੁਨੀਆ ਦੇ ਲਈ ਪਬਲਿਕ ਕਰ ਦਿੱਤਾ ਗਿਆ। ਤਾਂ ਫਿਰ ਇਸ ਦਾ ਨਾਮ ਬਦਲ ਕੇ GPS ਕਰ ਦਿੱਤਾ ਗਿਆ, ਕਿਉਂਕਿ ਨੈਵਸਟਾਰ ਆ ਜਿਹੜਾ, ਇਹ ਬਹੁਤ ਵੱਡਾ ਨਾਮ ਸੀਗਾ, ਜਿਸ ਦੀ ਫੁੱਲ ਫਾਰਮ ਸੀ ਨੈਵੀਗੇਸ਼ਨ ਸੈਟੇਲਾਈਟ ਟਾਈਮਿੰਗ ਐਂਡ ਰੇਂਜਿੰਗ ਸਿਸਟਮ, ਠੀਕ ਹੈ। ਹੁਣ ਐਡਾ ਵੱਡਾ ਨਾਮ ਤਾਂ ਯਾਦ ਰੱਖਣਾ ਹਰੇਕ ਆਮ ਇਨਸਾਨ ਦੇ ਲਈ ਤਾਂ ਬਹੁਤ ਮੁਸ਼ਕਿਲ ਹੋਵੇਗਾ। ਇਸ ਕਰਕੇ ਇਸ ਦਾ ਨਾਮ, ਇਸ ਨੂੰ ਸ਼ਾਰਟ ਦੇ ਵਿੱਚ ਦੇ ਦਿੱਤਾ ਗਿਆ GPS, ਜਾਣੀ ਕਿ ਗਲੋਬਲ ਪੋਜੀਸ਼ਨਿੰਗ ਸਿਸਟਮ। ਤੇ ਇਸ ਦਾ ਪੁਰਾਣਾ ਨਾਮ ਸੀਗਾ ਨੈਵਸਟਾਰ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਹਾਂਜੀ, ਅਗਲਾ ਪ੍ਰਸ਼ਨ, ਇੱਕ ਨਿੱਬਲ ਡੈਸ਼
बराबर हुंदी है। जिहड़ी 1 निब्बल है मैं तुहानूं बहुत वार करवा चुकी हाँ कि एक निब्बल एक मैनूं लगदा पहले पार्ट दे विच भी आपां यही कीता। हुण इह एज अ टैसट तुसीं कमेंट बॉक्स दे विच लिखोगे कि एक निब्बल किस दे बराबर हुंदी आ। जिवें मैं तुहानूं दस्सिया सी कि एक बिट आ जिहड़ी 0 जां 1 दी फॉर्म दे विच हुंदी है। इसे तरह बाद चों 4 बिट इकट्ठियां कीतियां जांदियां तां ओह किहदे बराबर हुंदियां। इस तरह दे आंसर हुण तुसीं कमेंट बॉक्स दे विच लिखोगे। अगला प्रश्न आ जी, यूपीएस दा पूरा रूप की आ? हाँ जी, फुल फॉर्म ऑफ यूपीएस। यूपीएस ਦੀ फुल फॉर्म की आ ਤੇ ਇਸ ਦੀ फुल फॉर्म आ जी अनइंटरप्टेबल पावर सप्लाई। ऑप्शन नंबर बी इज़ द राइट आंसर। ठीक है जी। अगला प्रश्न ਅਸੀਂ ਕਰਦੇ ਹਾਂ, ਚੌਥੀ ਪੀੜ੍ਹੀ ਦੇ ਕੰਪਿਊਟਰ ਤੇ ਆਧਾਰਿਤ ਸਨ। ਹਾਂਜੀ, ਜਿਵੇਂ ਆਪਾਂ ਗੱਲ ਕੀਤੀ ਸੀ ਫਸਟ ਜਨਰੇਸ਼ਨ ਦੇ ਵਿੱਚ ਵੈਕਿਊਮ ਟਿਊਬ ਵਰਤੀ ਜਾਂਦੀ ਆ, ਸੈਕਿੰਡ ਜਨਰੇਸ਼ਨ ਦੇ ਵਿੱਚ ਟਰਾਂਜਿਸਟਰ ਵਰਤੇ ਜਾਂਦੇ ਆ, ਥਰਡ ਜਨਰੇਸ਼ਨ ਦੇ ਵਿੱਚ ਆਈਸੀ ਵਰਤੇ ਜਾਂਦੇ ਆ ਤੇ फोर्थ जनरेशन ਦੇ ਵਿੱਚ ਮਾਈਕਰੋ ਪ੍ਰੋਸੈਸਰ ਵਰਤੇ ਜਾਂਦੇ ਆ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਮਤਲਬ ਜਿਵੇਂ ਜਿਵੇਂ ਤੁਹਾਨੂੰ ਪਤਾ ਵਾ ਪਹਿਲਾਂ ਆਈਫੋਨ ਆਏ ਸੀਗੇ, ਠੀਕ ਹੈ, ਆਈਫੋਨ ਦੀ ਸੀਰੀਜ਼ ਚੱਲੀ ਹੈ ਨਾ ਪੂਰੀ, ਕੋਈ ਮਤਲਬ ਕਿਹੜਾ ਆ ਗਿਆ, ਕੋਈ ਕਿਹੜਾ ਜਿਵੇਂ ਆ ਗਿਆ 5 4 6 ਆਪਾਂ ਕਹਿ ਸਕਦੇ ਹਾਂ ਆਈਫੋਨ 5, ਆਈਫੋਨ 6, ਆਈਫੋਨ 7, ਆਈਫੋਨ 8, ਆਈਫੋਨ ਉਸ ਤੋਂ ਬਾਅਦ 11 ਆ ਗਿਆ, ਹੁਣ 12 ਆ ਗਿਆ, 13 ਵੀ ਆ ਰਿਹਾ ਅੱਗੇ। ਠੀਕ ਹੈ, ਇਸ ਤਰ੍ਹਾਂ ਜਿਹੜੀਆਂ ਮਤਲਬ ਕਿ ਆਈਫੋਨ ਦੀ ਸੀਰੀਜ਼ ਚੱਲੀ ਸੀ ਉਹਦੇ ਵਿੱਚ ਕੁਛ ਨਾ ਕੁਛ ਮਤਲਬ ਕਿ ਹੁਣ ਜਿਹੜੀ ਮਤਲਬ ਕਿ ਆਈਫੋਨ ਦੀ ਸੀਰੀਜ਼ ਚੱਲੀ ਜਿਹੜਾ ਵੀ ਨਵਾਂ ਵਰਜ਼ਨ ਆਉਂਦਾ ਉਸਦੇ ਵਿੱਚ ਕੁਝ ਨਾ ਕੁਝ ਤਾਂ ਨਵੀਂ ਫੀਚਰ ਆਉਂਦੀ ਆ, ਕੁਛ ਨਾ ਕੁਛ ਤਾਂ ਨਵਾਂ ਐਡ ਕੀਤਾ ਹੀ ਜਾਂਦਾ ਨਾ, ਇਸ ਕਰਕੇ ਨਵੀਂ ਵਰਜ਼ਨ ਲਾਂਚ ਕੀਤੀ ਜਾਂਦੀ ਆ। ਉਸੇ ਤਰ੍ਹਾਂ ਜਨਰੇਸ਼ਨ ਦੀ ਗੱਲ ਕਰ ਲੈਂਦੇ ਹਾਂ ਅਸੀਂ, ਕੰਪਿਊਟਰ ਜਨਰੇਸ਼ਨ ਦੇ ਵਿੱਚ ਵੀ ਹਰੇਕ ਦੇ ਵਿੱਚ ਕੁਛ ਨਾ ਕੁਛ ਨਵਾਂ ਐਡ ਹੋ ਕੇ ਮੋਡੀਫਾਈ ਹੋ ਕੇ ਆਇਆ ਵਾ। ਠੀਕ ਹੈ, ਉਸ ਨੂੰ ਅਸੀਂ ਬੋਲ ਦਿੰਦੇ ਹਾਂ ਕਿ ਫਸਟ ਜਨਰੇਸ਼ਨ ਜਿਹੜੀ ਮਤਲਬ ਸਭ ਤੋਂ ਪਹਿਲਾਂ ਚੱਲੀ ਸੀ ਉਹਦੇ ਵਿੱਚ ਵੈਕਿਊਮ ਟਿਊਬ ਵਰਤੀ ਜਾਂਦੀ ਸੀ। ਫਿਰ ਅਗਲੇ ਦੇ ਵਿੱਚ ਇੱਕ ਹੋਰ ਆਪਸ਼ਨ ਆ ਗਈ ਟਰਾਂਜਿਸਟਰ ਦੀ, ਫਿਰ ਅਗਲੇ ਦੇ ਵਿੱਚ ਇੰਟੀਗ੍ਰੇਟ ਸਰਕਟ ਦੀ ਆ ਗਈ, ਫਿਰ ਅਗਲੇ ਦੇ ਵਿੱਚ ਮਾਈਕਰੋ ਪ੍ਰੋਸੈਸਰ ਦੀ ਆ ਗਈ, ਇਸ ਤਰ੍ਹਾਂ। ਹਾਂਜੀ, ਅਗਲਾ ਪ੍ਰਸ਼ਨ ਆ, ਇਹਨਾਂ ਵਿੱਚੋਂ ਕਿਹੜਾ ਮੁੱਖ ਸਰਕਟ MS ਸ਼ਬਦ ਵਿੱਚ ਚੁਣੇ ਗਏ ਅੱਖਰਾਂ ਦੇ ਕੇਸ ਨੂੰ ਇਹਨਾਂ ਵਿੱਚੋਂ ਕਿਹੜਾ ਮੁੱਖ ਸਰਕਿਟ MS ਸ਼ਬਦ ਵਿੱਚ ਚੁਣੇ ਅੱਖਰਾਂ ਦੇ ਕੇਸ ਨੂੰ ਬਦਲਣ ਦੇ ਲਈ ਵਰਤਿਆ ਜਾਂਦਾ? ਹਾਂਜੀ ਦੇਖੋ, MS ਸਰਕਿਟ ਦੇ ਵਿੱਚ ਚੁਣੇ ਅੱਖਰ ਯਾਨੀ ਕਿ ਸਿਲੈਕਟ ਕੀਤੇ ਹੋਏ ਅੱਖਰਾਂ ਨੂੰ ਬਦਲ ਦਿੰਦਾ ਵਾ। ਕਿਹੜਾ ਸਰਕਿਟ ਆ ਇਹਨਾਂ ਦੇ ਵਿੱਚੋਂ ਜਿਹੜਾ ਵਰਤਿਆ ਜਾਂਦਾ? ਫੋਰ ਐਗਜ਼ਾਮਪਲ ਮੈਂ ਤੁਹਾਨੂੰ ਲਿਖ ਕੇ ਦਿਖਾਉਂਦੀ ਹਾਂ। ਚਲੋ ਜਿਵੇਂ ਮੇਰਾ ਨਾਂ ਹੀ ਲਿਖ ਲੈਂਦੇ ਹਾਂ ਸੁਮਨ, ਇਹ ਮੈਂ ਲਿਖਿਆ ਵਾ ਲੋਅਰ ਕੇਸ ਦੇ ਵਿੱਚ। ਫਿਰ ਆਪਾਂ ਲਿਖ ਲੈਂਦੇ ਹਾਂ ਇਸ ਤਰ੍ਹਾਂ ਕੈਪੀਟਲ ਅੱਖਰਾਂ ਦੇ ਵਿੱਚ, ਜਿਸ ਨੂੰ ਅਸੀਂ ਬੋਲਦੇ ਹਾਂ ਅੱਪਰ ਕੇਸ। ਇਹਨੂੰ ਮੈਂ ਲਿਖ ਲਿਆ ਲੋਅਰ ਕੇਸ ਦੇ ਵਿੱਚ, ਇਸ ਨੂੰ ਮੈਂ ਲਿਖ ਲਿਆ ਅੱਪਰ ਕੇਸ ਦੇ ਵਿੱਚ। ਫਿਰ ਮੈਂ ਲਿਖਿਆ ਇੱਕ ਵਾਰੀ SUMAN ਯਾਨੀ ਕਿ ਪਹਿਲਾ ਅੱਖਰ ਕੈਪੀਟਲ ਬਾਕੀ ਛੋਟੇ। ਤਾਂ ਹੁਣ ਦੇਖੋ, ਹੁਣ ਮੈਂ ਚਾਹੁੰਦੀ ਹਾਂ ਕਿ ਮੈਂ ਮਤਲਬ ਕਿ ਇਸ ਨੂੰ ਫੁੱਲ ਕੈਪੀਟਲ ਕਰਾਂ। ਮੈਂ ਕੀ ਕਰਾਂਗੀ, ਸੁਮਨ ਨੂੰ ਪੂਰਾ ਸਿਲੈਕਟ ਕਰ ਲਵਾਂਗੀ, ਸੁਮਨ ਨਾਮ ਨੂੰ। ਠੀਕ ਹੈ, ਇਸ ਨੂੰ ਮੈਂ ਸਿਲੈਕਟ ਕਰਨ ਤੋਂ ਬਾਅਦ ਕੀ ਕਰੂੰਗੀ ਕਿ ਅੱਪਰ ਕੇਸ ਦੇ ਵਿੱਚ ਬਦਲਣ ਦੇ ਲਈ ਮੈਂ ਸ਼ਿਫਟ ਪਲੱਸ F3 ਨੱਪ ਦੇਵਾਂਗੀ। ਠੀਕ ਹੈ, ਸ਼ਿਫਟ ਪਲੱਸ F3 ਜਦੋਂ ਮੈਂ ਪ੍ਰੈਸ ਕਰਾਂਗੀ ਤਾਂ ਮੇਰੇ ਅੱਖਰ ਆ ਜਿਹੜੇ ਨਾਮ ਦੇ ਅੱਖਰ ਆ ਉਹ ਕੀ ਹੋ ਜਾਣਗੇ, ਸਾਰੇ ਦੇ ਸਾਰੇ ਕੈਪੀਟਲ ਹੋ ਜਾਣਗੇ। ਉਸ ਤੋਂ ਬਾਅਦ ਮੈਂ ਜੇਕਰ ਅਗੇਨ ਨੱਪ ਰਹੀ ਹਾਂ ਤਾਂ ਅਗੇਨ ਨੱਪਣ ਤੋਂ ਬਾਅਦ ਕੀ ਹੋਵੇਗਾ, ਸਾਰੇ ਦੇ ਸਾਰੇ ਲੋਅਰ ਕੇਸ ਵਿੱਚ ਚਲੇ ਜਾਣਗੇ। ਜੇਕਰ ਮੈਂ ਫਿਰ ਨੱਪ ਰਹੀ ਹਾਂ, ਉਸ ਨੂੰ ਫਿਰ ਪ੍ਰੈਸ ਕਰ ਰਹੀ ਹਾਂ ਤਾਂ ਫਿਰ ਇਹੀ ਸੇਮ ਇਹੀ ਪ੍ਰੋਸੈਸ ਫਿਰ ਚੱਲਦਾ ਰਹੂਗਾ। ਠੀਕ ਹੈ, ਫਿਰ S ਸੁਮਨ ਬਣ ਜੂਗਾ, ਜਾਣੀ ਕਿ ਇਹ S ਵੱਡਾ ਬਣ ਜੂਗਾ। ਇਹੀ ਪ੍ਰੋਸੈਸ ਚੱਲਦਾ ਰਹਿਣਾ। ਫਿਰ ਤੁਸੀਂ ਨੱਪੋਗੇ, ਮਤਲਬ ਕਿ ਤੁਸੀਂ ਕਰਕੇ ਦੇਖ ਸਕਦੇ ਹੋ ਪ੍ਰੈਕਟੀਕਲ ਵੀ ਇਸ ਦਾ। ਤਾਂ ਇਹੀ ਪ੍ਰੋਸੈਸ ਚੱਲਦਾ ਰਹਿਣਾ, ਕਦੇ ਵੱਡੇ ਕਰ ਲਓ, ਛੋਟੇ ਕਰ ਲਓ, ਅੱਪਰ ਕੇਸ 'ਚ ਲੈ ਜਾਓ, ਲੋਅਰ ਕੇਸ 'ਚ ਲੈ ਜਾਓ, ਕਦੇ ਇੱਕ ਅੱਖਰ ਵੱਡਾ ਕਰ ਲਓ, ਬਾਕੀ ਛੋਟੇ ਕਰ ਲਓ। ਠੀਕ ਹੈ, ਅਗਲਾ ਪ੍ਰਸ਼ਨ ਹੈ ਜੀ, ਪਹਿਲੀ ਵਿਕਸਿਤ ਕੰਪਿਊਟਰ ਭਾਸ਼ਾ ਡੈਸ਼ ਸੀ? ਹਾਂਜੀ, ਪਹਿਲੀ ਵਿਕਸਿਤ ਕੀਤੀ ਗਈ ਕੰਪਿਊਟਰ ਭਾਸ਼ਾ ਕਿਹੜੀ ਸੀਗੀ? ਦੇਖੋ, ਸਭ ਤੋਂ ਪਹਿਲਾਂ ਕੰਪਿਊਟਰ ਦੇ ਕੋਲ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਹਾਂ, ਕੰਪਿਊਟਰ ਕੋਲ ਦੋ ਤਰ੍ਹਾਂ ਦੀਆਂ ਲੈਂਗੁਏਜ ਹੁੰਦੀਆਂ ਵਾ। ਇੱਕ ਹੁੰਦੀਆਂ ਵਾ ਲੋਅ ਲੈਵਲ ਦੀ, ਠੀਕ ਹੈ, ਲੋਅ ਲੈਵਲ ਦੀ ਜਿਹੜੀ ਆ ਉਹ ਹੁੰਦੀ ਹੈ ਜਿਵੇਂ 0 1 ਜਿਸ ਨੂੰ ਆਪਾਂ ਨਹੀਂ ਸਮਝ ਸਕਦੇ। ਫਿਰ ਆਪਾਂ ਜਿਹੜੀ ਕਹਿੰਦੇ ਹਾਂ ਹਾਈ ਲੈਵਲ ਦੀ, ਜਿਵੇਂ ਇੰਗਲਿਸ਼, ਪੰਜਾਬੀ, ਹਿੰਦੀ, ਇਸ ਨੂੰ ਕੰਪਿਊਟਰ ਨਹੀਂ ਸਮਝ ਸਕਦਾ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਜਿਹੜੀ ਕੰਪਿਊਟਰ ਕੋਲ ਲੈਂਗੁਏਜ ਆਈ ਸੀਗੀ ਉਹ ਸੀਗੀ ਫੋਰਟਨ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ, ਹਾਈ ਲੈਵਲ ਦੀ। ਅਗਲਾ ਪ੍ਰਸ਼ਨ ਕਰਦੇ ਹਾਂ ਜੀ ਅਸੀਂ। ਹੁਣ ਤਾਂ ਬਹੁਤ ਆ ਗਈਆਂ, ਕੋਬੋਲ ਆ ਗਈ, ਪਾਸਕਲ ਆ ਗਈ, ਸੀ ਆ ਗਈ, ਸੀ। ਪਹਿਲੇ ਈਮੇਲ ਪ੍ਰੋਗਰਾਮ ਦੀ ਖੋਜ ਕਿਸ ਨੇ ਕੀਤੀ? ਹਾਂਜੀ, ਸਭ ਤੋਂ ਪਹਿਲੇ ਈਮੇਲ ਪ੍ਰੋਗਰਾਮ ਦੀ ਖੋਜ ਕਿਸ ਨੇ ਕੀਤੀ? ਤਾਂ ਇਹ ਖੋਜ ਕੀਤੀ ਸੀਗੀ ਜੀ ਰੇ ਟੋਮਿਲਸਨ ਨੇ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਇਹ USA ਦੇ ਆ, ਯਾਨੀ ਕਿ ਯੂਨਾਈਟਿਡ ਸਟੇਟ ਆਫ ਅਮੈਰੀਕਾ ਦੇ ਆ। ਅਗਲਾ ਪ੍ਰਸ਼ਨ ਆ ਜੀ, VDU ਦਾ ਪੂਰਨ ਰੂਪ ਕੀ ਆ? ਹਾਂਜੀ, VDU ਦਾ ਪੂਰਾ ਨਾਮ ਕੀ ਆ? ਇਸ ਦਾ ਪੂਰਾ ਨਾਮ ਆ ਜੀ ਵਿਜ਼ੂਅਲ ਡਿਸਪਲੇ ਯੂਨਿਟ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ, ਵਿਜ਼ੂਅਲ ਡਿਸਪਲੇ ਯੂਨਿਟ।
ਅਗਲਾ ਪ੍ਰਸ਼ਨ ਆ ਜੀ, ਮਾਈਕਰੋਸਾਫਟ ਐਕਸਲ 2019 ਦੀ ਕਾਲਮ ਸੀਮਾ ਕੀ ਆ? ਹਾਂਜੀ, ਵੈਰੀ ਇੰਪੋਰਟੈਂਟ, 2019 ਬੀ ਵਾਲੇ MCQ ਬਹੁਤ ਪੁੱਛੇ ਜਾਂਦੇ ਆ ਐਗਜ਼ਾਮ ਦੇ ਵਿੱਚ। ਮਾਈਕਰੋਸਾਫਟ ਐਕਸਲ 2019 ਦੀ ਕਾਲਮ ਸੀਮਾ ਕੀ ਆ? ਤਾਂ ਤੁਸੀਂ ਸੁਣਿਆ ਹੋਣਾ, ਐਕਸਲ ਆ ਜਿਹੜੇ ਉਹ ਰੋ ਅਤੇ ਕਾਲਮ ਦੇ ਮੇਲ ਤੋਂ ਬਣਦੇ ਆ, ਜਿਵੇਂ ਆਪਾਂ ਕਹਿ ਦਿੰਦੇ ਹਾਂ, ਠੀਕ ਹੈ। ਤਾਂ ਰੋ ਕਾਲਮ, ਤਾਂ ਜਿਹੜੇ ਉਹਦੇ ਵਿੱਚ ਕਾਲਮਾਂ ਦੀ ਗਿਣਤੀ ਆ ਉਹ ਕਿੰਨੀ ਹੁੰਦੀ ਆ? ਕਾਲਮ ਦੀ ਜਿਹੜੀ ਸੀਮਾ ਵਾ 2019 ਦੀ ਗੱਲ ਕਰੀਏ, ਮਾਈਕਰੋਸਾਫਟ ਐਕਸਲ 2019 ਦੀ ਕਾਲਮ ਸੀਮਾ ਵਾ 16,384। ਜੇਕਰ ਆਪਾਂ ਰੋ ਦੀ ਗੱਲ ਕਰੀਏ, ਆਹ ਰੋ ਆ, ਇਹਨਾਂ ਦੀ ਗੱਲ ਕਰੀਏ ਤਾਂ ਇਸ ਦੀ ਸੀਮਾ ਵਾ 10,48,576, ਠੀਕ ਹੈ ਜੀ। ਅਗਲਾ ਪ੍ਰਸ਼ਨ, MS ਐਕਸਲ 2019 ਦੀ ਕਤਾਰ ਸੀਮਾ ਕੀ ਆ? ਹਾਂਜੀ, ਰੋ ਦੀ ਗੱਲ ਹੋ ਰਹੀ ਆ। ਰੋ ਦੀ ਸੀਮਾ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ, 10,48,576। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਆ ਜੀ, MS ਐਕਸਲ 2019 ਵਿੱਚ ਅਧਿਕਤਮ ਕਾਲਮ ਚੌੜਾਈ ਸੀਮਾ ਅੱਖਰਾਂ ਦੀ ਕਿੰਨੀ ਆ? ਹਾਂਜੀ, MS ਐਕਸਲ 2019 ਦੇ ਵਿੱਚ ਅਧਿਕਤਮ ਕਾਲਮ ਚੌੜਾਈ ਸੀਮਾ ਕਿੰਨੀ ਅੱਖਰਾਂ ਦੀ? ਤਾਂ ਇਹ ਹੈਗੀ ਹੈ ਜੀ 255। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਆ, ਯੂਨੀਵੈਕ ਇਜ਼, ਹਾਂਜੀ ਯੂਨੀਵੈਕ ਦੀ ਫੁੱਲ ਫਾਰਮ ਕੀ ਹੈ ਇਸ ਦੇ ਵਿੱਚੋਂ? ਯੂਨੀਵਰਸਲ ਆਟੋਮੈਟਿਕ ਕੰਪਿਊਟਰ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਇਹ ਕੰਪਿਊਟਰ ਦਾ ਪੁਰਾਣਾ ਨਾਮ ਆ ਯੂਨੀਵੈਕ। ਦੇਖੋ, ਕੰਪਿਊਟਰ ਦਾ ਜਿਹੜਾ ਸਭ ਤੋਂ ਪਹਿਲਾ ਨਾਮ ਸੀ ਨਾ, ਯੂਨੀਵੈਕ ਦਿੱਤਾ ਗਿਆ। ਹੁਣ ਤਾਂ ਆਪਾਂ ਕੰਪਿਊਟਰ ਕਹਿ ਦਿੰਦੇ ਹਾਂ, ਪਹਿਲਾਂ ਦਾ ਨਾਮ ਸੀ ਯੂਨੀਵੈਕ। ਉਸ ਟਾਈਮ ਇਹ ਕਾਫੀ ਅਜੀਬ ਜਿਹੇ ਤਰ੍ਹਾਂ ਦਾ ਸੀਗਾ, ਜਿਵੇਂ ਟੇਬਲ ਹੁੰਦਾ ਇਸ ਤਰ੍ਹਾਂ ਸੀ, ਠੀਕ ਹੈ। ਇੱਥੇ ਆ ਜਿਵੇਂ ਕੰਪਿਊਟਰ ਪਿਆ, ਅਤੇ ਚਲੋ ਸਰਚ ਕਰਕੇ ਦੇਖ ਲੈਣਾ ਯੂਨੀਵੈਕ ਕੰਪਿਊਟਰ, ਠੀਕ ਹੈ। ਅਗਲਾ ਪ੍ਰਸ਼ਨ ਹੈ ਜੀ, ਮਾਈਕਰੋਸਾਫਟ ਐਕਸਲ ਪਹਿਲੀ ਵਾਰ ਮਾਈਕਰੋਸਾਫਟ ਕਾਰਪੋਰੇਸ਼ਨ ਵਿੱਚ ਲਾਂਚ ਕੀਤਾ ਗਿਆ। ਹਾਂਜੀ, ਮਾਈਕਰੋਸਾਫਟ ਐਕਸਲ ਵਿੱਚ ਪਹਿਲੀ ਵਾਰ ਮਾਈਕਰੋਸਾਫਟ ਕਾਰਪੋਰੇਸ਼ਨ ਵਿੱਚ ਕਦੋਂ ਲਾਂਚ ਕੀਤਾ ਗਿਆ ਸੀਗਾ? 1985 ਦੇ ਵਿੱਚ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਹੈ ਜੀ, ਐਕਸਲ ਵਿੱਚ ਫਾਰਮੂਲੇ ਕਿਸ ਨਾਲ ਸ਼ੁਰੂ ਹੁੰਦੇ ਹਨ? ਹਾਂਜੀ, ਐਕਸਲ ਦੇ ਵਿੱਚ ਫਾਰਮੂਲੇ ਵੀ ਆ ਸਕਦਾ, ਫੰਕਸ਼ਨ ਵੀ ਆ ਸਕਦਾ। ਐਕਸਲ ਵਿੱਚ ਫੰਕਸ਼ਨ ਕਿਸ ਨਾਲ ਸ਼ੁਰੂ ਹੁੰਦੇ ਆ? ਤਾਂ ਰਾਈਟ ਆਂਸਰ ਹੋਵੇਗਾ ਇਕੁਅਲ ਟੂ। ਐਕਸਲ ਦੇ ਵਿੱਚ ਜਿਹੜੇ ਫੰਕਸ਼ਨ ਸ਼ੁਰੂ ਹੁੰਦੇ ਆ ਨਾ, ਫਾਰਮੂਲੇ, ਉਹ ਇਕੁਅਲ ਟੂ ਦੇ ਨਾਲ ਸ਼ੁਰੂ ਹੁੰਦੇ ਆ। ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਂਸਰ ਆ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਨਿੱਜੀ ਨੈਟਵਰਕ ਨੂੰ ਜਨਤਕ ਨੈਟਵਰਕਾਂ ਵਿੱਚ ਫੈਲਾਉਂਦਾ ਹੈ? ਹਾਂਜੀ, ਨਿੱਜੀ ਨੈਟਵਰਕ ਨੂੰ ਜਨਤਕ ਨੈਟਵਰਕਾਂ ਦੇ ਵਿੱਚ ਫੈਲਾਉਂਦਾ ਹੈ। ਕੌਣ ਫੈਲਾਉਂਦਾ ਹੈ? ਵਰਚੁਅਲ ਪ੍ਰਾਈਵੇਟ ਨੈਟਵਰਕ। ਜਦ ਆਪਾਂ ਕਨੈਕਟ, ਆਪਾਂ ਜਿਵੇਂ ਕਹਿ ਸਕਦੇ ਹਾਂ, ਜਿਵੇਂ ਵਾਈਫਾਈ ਹੁੰਦਾ, ਵਰਚੁਅਲ ਪ੍ਰਾਈਵੇਟ ਨੈਟਵਰਕ ਜਿਹਨੂੰ ਆਪਾਂ ਬੋਲ ਦਿੰਦੇ ਹਾਂ। ਵਾਈਫਾਈ ਦੀ ਗੱਲ ਕਰੀਏ, ਜੇ ਆਪਾਂ ਨੂੰ ਪਾਸਵਰਡ ਪਤਾ ਹੋਊਗਾ, ਇੱਕ ਤਰ੍ਹਾਂ ਨਾਲ ਪ੍ਰਾਈਵੇਟ ਹੁੰਦਾ ਵਾ, ਠੀਕ ਹੈ। ਅਤੇ ਵਰਚੁਅਲ ਨੂੰ ਹੁੰਦਾ ਵਾ ਜਦੋਂ ਆਪਾਂ ਕਿਸੇ ਇੱਕ ਚੀਜ਼ ਦਾ ਕਨੈਕਸ਼ਨ ਕਰਨਾ ਹੋਵੇ, ਠੀਕ ਹੈ। ਜਦੋਂ ਮਤਲਬ ਵਰਚੁਅਲ ਦਾ ਮਤਲਬ, ਵੈਸੇ ਤੁਸੀਂ ਕਹਿ ਸਕਦੇ ਹੋ ਵਰਚੁਅਲ ਦਾ ਮੀਨਿੰਗ ਕੀ ਹੁੰਦਾ ਵਾ? ਜਦ ਆਪਾਂ ਕਨੈਕਸ਼ਨ ਤਾਂ ਹੋ ਜਾਂਦਾ ਵਾ ਪਰ ਦਿਸਦਾ ਨਹੀਂ। ਜਿਵੇਂ ਵਾਈਫਾਈ ਦਾ ਕਨੈਕਸ਼ਨ ਤਾਂ ਹੋ ਜਾਂਦਾ ਵਾ, ਵਾਇਰਲੈਸ ਹੁੰਦਾ ਵਾ, ਸਾਨੂੰ ਤਾਂ ਦਿਸਦਾ ਤਾਂ ਨਹੀਂ ਨਾ ਕਿ ਉਹ ਹੋ ਗਿਆ, ਠੀਕ ਹੈ। ਇਸ ਤਰ੍ਹਾਂ ਅਸੀਂ ਬੋਲ ਸਕਦੇ ਹਾਂ ਵਰਚੁਅਲ ਪ੍ਰਾਈਵੇਟ ਨੈਟਵਰਕ। ਇਹ ਦੇਖੋ, ਹੁਣ ਤੁਹਾਡੇ ਕੋਲ ਕੀ ਸੀਗਾ ਕੁਐਸਚਨ, ਕਿ ਕਿਹੜਾ ਇੱਕ ਨਿੱਜੀ ਨੈਟਵਰਕ ਨੂੰ ਜਨਤਕ ਨੈਟਵਰਕਾਂ ਵਿੱਚ ਫੈਲਾਉਂਦਾ? ਨਿੱਜੀ ਨੂੰ ਜਨਤਕ ਵਿੱਚ ਫੈਲਾਉਂਦਾ ਵਾ ਵਾਈਫਾਈ ਹੀ ਫੈਲਾਉਂਦਾ, ਅਤੇ ਉਹ ਕਿਹੜਾ ਨੈਟਵਰਕ ਆ? ਵਰਚੁਅਲ ਪ੍ਰਾਈਵੇਟ ਨੈਟਵਰਕ ਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਆ ਜੀ, ਕੰਪਿਊਟਰ ਪ੍ਰੋਗਰਾਮਾਂ ਵੱਲੋਂ ਅਕਸਰ ਵਰਤੀਆਂ ਜਾਂਦੀਆਂ ਹਦਾਇਤਾਂ ਡੈਸ਼ ਤੋਂ ਪ੍ਰਾਪਤ ਹੁੰਦੀਆਂ ਹਨ। ਹਾਂਜੀ, ਕੰਪਿਊਟਰ ਪ੍ਰੋਗਰਾਮ ਵੱਲੋਂ ਅਕਸਰ ਵਰਤੀਆਂ ਜਾਣ ਵਾਲੀਆਂ ਹਦਾਇਤਾਂ ਕੈਚੇ ਮੈਮਰੀ ਤੋਂ, ਕੈਸ਼ੇ ਵੀ ਬੋਲ ਸਕਦੇ ਹਾਂ, ਕੈਚੇ ਵੀ ਬੋਲ ਦਿੰਦੇ ਹਾਂ, ਕੈਸ਼ੇ ਮੈਮਰੀ ਤੋਂ ਪ੍ਰਾਪਤ ਹੁੰਦੀਆਂ ਨੇ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਹੈ ਜੀ, ਬਲੂਟੂਥ ਵਿੱਚ ਮਲਟੀਪਲ ਹਨ ਜਿਸ ਨੂੰ ਇੱਕ ਨੈਟਵਰਕ ਬਣਾਉਂਦੇ ਹਨ। ਹਾਂਜੀ, ਬਲੂਟੂਥ ਦੇ ਵਿੱਚ ਕੀ ਮਲਟੀਪਲ ਹੈ ਜਿਨ੍ਹਾਂ ਨੂੰ ਇੱਕ ਨੈਟਵਰਕ ਬਣਾਉਂਦੇ ਆ? ਬਲੂਟੂਥ ਵਿੱਚ ਡੈਸ਼ ਮਲਟੀਪਲ ਹਨ। ਕੀ ਮਲਟੀਪਲ ਹਨ? ਤਾਂ ਇਸ ਦੀ ਅਸੀਂ ਗੱਲ ਕਰੀਏ ਤਾਂ ਬਲੂਟੂਥ ਦੇ ਵਿੱਚ ਪਿਕੋਨੈਂਟਸ ਮਲਟੀਪਲ ਹਨ ਜਿਨ੍ਹਾਂ ਨੂੰ ਇੱਕ ਨੈਟਵਰਕ ਡੈਸ਼ ਬਣਾਉਂਦੇ ਹਨ। ਕੀ ਬਣਾਉਂਦੇ ਆ? ਸਕੈਟਰਨੈਟ ਬਣਾਉਂਦੇ ਆ, ਸਕਟਰਨੈਟ ਕਹਿ ਸਕਦੇ ਹਾਂ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਹੈ ਜੀ, CPU ਮੈਮਰੀ ਅਤੇ ਪੈਰੀਫਿਰਲਾਂ ਵਿਚਕਾਰ ਸੰਚਾਰ ਲਾਈਨ ਨੂੰ ਕੀ ਕਿਹਾ ਜਾਂਦਾ? ਹਾਂਜੀ, CPU ਮੈਮਰੀ ਅਤੇ ਪੈਰੀਫਿਰਲਾਂ ਵਿਚਕਾਰ ਜਿਹੜੀ ਮੈਮਰੀ ਹੁੰਦੀ ਆ ਉਸ ਨੂੰ ਅਸੀਂ ਬੱਸ ਕਹਿੰਦੇ ਹਾਂ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। CPU ਮੈਮਰੀ ਅਤੇ ਪੈਰੀਫਿਰਲਾਂ ਵਿਚਕਾਰ ਜੋ ਇੱਕ ਲਾਈਨ ਵੱਜ ਜਾਂਦੀ ਆ ਉਸ ਨੂੰ ਅਸੀਂ ਬੱਸ ਬੋਲ ਦਿੰਦੇ ਹਾਂ।
ਹਾਂਜੀ, ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ। ਕੱਲ੍ਹ ਅਸੀਂ ਇਸ ਵੀਡੀਓ ਦਾ ਨੈਕਸਟ ਪਾਰਟ ਕਰਾਂਗੇ ਅਤੇ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਧੰਨਵਾਦ ਜੀ, ਥੈਂਕਸ ਫॉर ਵਾਚਿੰਗ।